ਡਾਕਟਰ ਸਰੂਪ ਸਿੰਘ ਮਰਵਾ ਦੀ ਪੁਸਤਕ ਚਿੰਤਾ ਰੋਗ ਕਾਰਨ ਤੇ ਉਪਾਅ ਦਾ ਅਗਲਾ ਲੇਖ ਹੈ। ਮਨੁੱਖ ਚਿੰਤਾ ਕਰਨੀ ਕਿਸ ਤਰ੍ਹਾਂ ਸਿੱਖ ਜਾਂਦਾ ਹੈ। ਅਸੀਂ ਪਿੱਛੇ ਦੱਸ ਆਏ ਹਾਂ ਕਿ ਕਿਸੇ ਕੰਮ ਨੂੰ ਸਿੱਖਣ ਲਈ ਉਸ ਕੰਮ ਦੇ ਸਿੱਖਣ ਦੀ ਇੱਛਾ ਹੋਣੀ ਜ਼ਰੂਰੀ ਨਹੀਂ। ਜਿਸ ਕੰਮ ਨੂੰ ਅਸੀਂ ਕਰਦੇ ਹਾਂ ਉਹਨੂੰ ਕਰਨਾ ਸਿੱਖ ਜਾਂਦੇ ਹਾਂ। ਜਿਹੜਾ ਕੰਮ ਅਸੀਂ ਕਰਾਂਗੇ ਉਹਨੂੰ ਸਿੱਖ ਜਾਵਾਂਗੇ। ਸਿੱਖਣ ਲਈ ਕੇਵਲ ਅਭਿਆਸ ਦੀ ਲੋੜ ਹੈ। ਇਸੇ ਤਰ੍ਹਾਂ ਚਿੰਤਾਵਾਨ ਬਣਨ ਲਈ ਇਹ ਜ਼ਰੂਰੀ ਨਹੀਂ ਕਿ ਚਿੰਤਾਵਾਨ ਬਣਨ ਦੀ ਸਾਡੇ ਅੰਦਰ ਇੱਛਾ ਹੋਵੇ। ਕੇਵਲ ਚਿੰਤਾ ਕਰਨ ਦੀ ਲੋੜ ਹੈ, ਫਿਰ ਚਿੰਤਾਵਾਨ ਅਸੀਂ ਆਪਣੇ ਆਪ ਹੀ ਬਣ ਜਾਵਾਂਗੇ। ਚਿੰਤਾ ਦਾ ਅਭਿਆਸ ਮਨੁੱਖ ਨੂੰ ਚਿੰਤਾਵਾਨ ਬਣਾ ਦਿੰਦਾ ਹੈ। ਜਿੰਨਾ ਬਹੁਤਾ ਤੇ ਵਧੇਰੇ ਸਮਾਂ ਚਿੰਤਾ ਦਾ ਅਭਿਆਸ ਕਰਾਂਗੇ ਉਨੀ ਜਲਦੀ ਤੇ ਵੱਡੇ ਚਿੰਤਾਵਾਨ ਬਣ ਜਾਵਾਂਗੇ। ਇੱਕ ਗੱਲ ਬੜੀ ਧਿਆਨਯੋਗ ਹੈ, ਜਿੰਨੀ ਜ਼ਿਆਦਾ ਕਿਸੇ ਮਨੁੱਖ ਵਿੱਚ ਸਿੱਖਣ ਦੀ ਸ਼ਕਤੀ ਹੋਏਗੀ ਉਨਾ ਹੀ ਬਹੁਤਾ ਤੇ ਜਲਦੀ ਉਹ ਚਿੰਤਾਵਾਨ ਬਣ ਜਾਏਗਾ। ਮੂਰਖਾਂ ਨੂੰ ਚਿੰਤਾ ਘੱਟ ਹੀ ਲੱਗਦੀ ਹੈ। ਇਹ ਤੋਂ ਇਹ ਸਿੱਧ ਹੋਇਆ ਕਿ ਜੇ ਕਿਸੇ ਮਨੁੱਖ ਨੇ ਚਿੰਤਾ ਤੋਂ ਛੁਟਕਾਰਾ ਪਾਉਣਾ ਹੈ ਤਾਂ ਉਹ ਚਿੰਤਾ ਦਾ ਅਭਿਆਸ ਛੱਡ ਦੇਵੇ। ਅਸੀਂ ਚਿੰਤਾ ਕਰਨੀ ਕਿਸ ਤਰ੍ਹਾਂ ਛੱਡ ਸਕਦੇ ਹਾਂ? ਕੋਈ ਕੰਮ ਜਿਹਨੂੰ ਅਸੀਂ ਕਰਨਾ ਛੱਡ ਦੇਵਾਂਗੇ, ਕਰਨਾ ਭੁੱਲ ਜਾਵਾਂਗੇ। ਇੱਕ ਆਦਮੀ ਹਾਰਮੋਨੀਅਮ ਬੜੀ ਚੰਗੀ ਤਰ੍ਹਾਂ ਵਜਾਉਣਾ ਜਾਣਦਾ ਹੈ, ਪਰ ਜੇ ਉਹ ਇਹਦਾ ਅਭਿਆਸ ਛੱਡ ਦੇਗਾ ਤਾਂ ਕੁਝ ਸਮੇਂ ਪਿੱਛੋਂ ਹਾਰਮੋਨੀਅਮ ਵਜਾਉਣਾ ਭੁੱਲ ਜਾਏਗਾ। ਉਹ ਕਿੰਨਾ ਤੇ ਕਿੰਨੇ ਸਮੇਂ 'ਚ ਭੁੱਲਦਾ ਹੈ, ਇਸ ਗੱਲ ਤੇ ਨਿਰਭਰ ਹੈ ਕਿ ਉਹਦਾ ਅਭਿਆਸ ਕਿੰਨਾ ਘੱਟ ਕਰਦਾ ਹੈ। ਇਸੇ ਤਰ੍ਹਾਂ ਜੇ ਚਿੰਤਾਵਾਨ ਚਿੰਤਾ ਛੱਡਣੀ ਚਾਹੁੰਦਾ ਹੈ ਤਾਂ ਉਸ ਲਈ ਜ਼ਰੂਰੀ ਹੈ ਕਿ ਉਹ ਚਿੰਤਾ ਕਰਨ ਦਾ ਅਭਿਆਸ ਛੱਡ ਦੇਵੇ। ਚਿੰਤਾਵਾਨ ਦਾ ਹਰ ਵੇਲੇ ਚਿੰਤਾ ਕਰਦੇ ਰਹਿਣਾ ਉਹਦੇ ਚਿੰਤਾ ਤੋਂ ਛੁਟਕਾਰਾ ਪਾਉਣ 'ਚ ਇੱਕ ਵੱਡੀ ਰੁਕਾਵਟ ਹੈ। ਇਹ ਗੱਲ ਚਿੰਤਾਵਾਨ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ। ਚਿੰਤਾਵਾਨ ਰਾਜੀ ਕਿਸ ਤਰ੍ਹਾਂ ਹੋ ਸਕਦਾ ਹੈ? ਤੰਦਰੁਸਤ ਜੀਵਨ ਕੇਵਲ ਚੰਗੀਆਂ ਤਰੰਗਾਂ ਦਾ ਦੂਜਾ ਨਾਂ ਹੈ। ਇਸ ਲਈ ਜੇ ਅਸੀਂ ਤੰਦਰੁਸਤੀ ਤੇ ਸਿਹਤ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਅੰਦਰ ਚੰਗੀਆਂ ਤਰੰਗਾਂ ਪੈਦਾ ਕਰਨੀਆਂ ਚਾਹੀਦੀਆਂ ਹਨ। ਚੰਗੀਆਂ ਤਰੰਗਾਂ ਤੋਂ ਹੀ ਚੰਗਾ ਜੀਵਨ ਬਣਦਾ ਹੈ। Your life is as your emotions are। ਚੰਗੀਆਂ ਤਰੰਗਾਂ ਸਮਝਣ ਤੇ ਸਿੱਖਣ ਨਾਲ ਪੈਦਾ ਕੀਤੀਆਂ ਜਾ ਸਕਦੀਆਂ। ਇੱਕ ਆਦਮੀ ਕਿੰਨਾ ਹੀ ਲਾਇਕ ਤੇ ਵਿਦਵਾਨ ਕਿਉਂ ਨਾ ਹੋਵੇ, ਜੇ ਉਹਨੇ ਚੰਗੀਆਂ ਤਰੰਗਾਂ ਪੈਦਾ ਕਰਨੀਆਂ ਨਹੀਂ ਸਿੱਖੀਆਂ ਤਾਂ ਉਹਦੇ ਅੰਦਰੋਂ ਭੈੜੀਆਂ ਤੇ ਹਾਨੀਕਾਰਕ ਤਰੰਗਾਂ ਨਿਕਲ ਸਕਦੀਆਂ ਹਨ, ਜਿਹੜੀਆਂ ਕਿ ਉਹਦੇ ਜੀਵਨ ਨੂੰ ਦੁਖਦਾਈ ਬਣਾ ਦੇਣਗੀਆਂ। ਚੰਗੀ ਸਿਹਤ ਵਾਸਤੇ ਚੰਗੀਆਂ ਤਰੰਗਾਂ ਨਾਲੋਂ ਹੋਰ ਕੋਈ ਵੀ ਚੀਜ਼ ਚੰਗੀ ਨਹੀਂ। ਇਸ ਲਈ ਜੇ ਚਿੰਤਾਵਾਨ ਸਿਹਤਮੰਦ ਹੋਣਾ ਚਾਹੁੰਦਾ ਹੈ, ਉਸ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਅੰਦਰ ਭੈੜੀਆਂ ਤਰੰਗਾਂ ਪੈਦਾ ਕਰਨੀਆਂ ਛੱਡ ਦੇਵੇ। ਡਰ, ਫਿਕਰ, ਨਫ਼ਰਤ, ਬਿਮਾਰੀਆਂ ਤੇ ਹੋਰ ਅਜਿਹੀਆਂ ਗੱਲਾਂ ਜਿਨ੍ਹਾਂ ਤੋਂ ਉਹਨੂੰ ਭੈੜੀਆਂ ਤਰੰਗਾਂ ਪੈਦਾ ਕਰਨ ਦਾ ਅਭਿਆਸ ਮਿਲਦਾ ਹੈ, ਤਿਆਗ ਕਰੇ। ਜੇ ਤੁਸੀਂ ਚਿੰਤਾ ਕਰਨੀ ਨਹੀਂ ਛੱਡ ਸਕਦੇ, ਜਦ ਅਸੀਂ ਕਿਸੇ ਚਿੰਤਾਵਾਨ ਨੂੰ ਕਹਿੰਦੇ ਹਾਂ ਕਿ ਉਹ ਚਿੰਤਾ ਕਰਨੀ ਛੱਡ ਦੇ ਤਾਂ ਉਹ ਆਖਦਾ ਹੈ ਕਿ ਮੇਰੇ ਕੋਲੋਂ ਚਿੰਤਾ ਛੱਡੀ ਨਹੀਂ ਜਾਂਦੀ। ਮੈਂ ਤਾਂ ਇਹਨੂੰ ਛੱਡਣ ਦਾ ਬਹੁਤ ਯਤਨ ਕਰਦਾ ਪਰ ਮੇਰਾ ਖਹਿੜਾ ਨਹੀਂ ਛੱਡਦੀ। ਚਿੰਤਾਵਾਨ ਦੀ ਗੱਲ ਕਾਫੀ ਹੱਦ ਤੱਕ ਠੀਕ ਹੈ, ਕਿਉਂਕਿ ਕਿਸੇ ਡਰ ਜਾਂ ਫਿਕਰ ਦਾ ਛੱਡਣਾ ਬਹੁਤ ਮੁਸ਼ਕਿਲ ਹੁੰਦਾ ਹੈ। ਪਰ ਇੱਕ ਗੱਲ ਅਸੀਂ ਪੂਰੇ ਭਰੋਸੇ ਨਾਲ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ, ਉਹ ਇਹ ਹੈ ਕਿ ਹਰ ਆਦਮੀ ਆਪਣੇ ਅੰਦਰ ਭੈੜੇ ਵਿਚਾਰਾਂ ਦੀ ਥਾਂ ਚੰਗੇ ਵਿਚਾਰ ਲਿਆਉਣੇ ਸਿੱਖ ਸਕਦਾ ਹੈ। ਇਸ ਬਾਰੇ ਵਿਸਥਾਰ ਨਾਲ ਅਸੀਂ ਇਸ ਕਿਤਾਬ ਦੇ ਦੂਜੇ ਭਾਗ 'ਚ ਲਿਖਾਂਗੇ। ਦੱਸਾਂਗੇ ਕਿ ਭੈੜੇ ਵਿਚਾਰਾਂ ਦੀ ਥਾਂ ਚੰਗੇ ਵਿਚਾਰ ਕਿਸ ਤਰ੍ਹਾਂ ਲਿਆਏ ਜਾ ਸਕਦੇ ਹੈ। ਚਿੰਤਾਵਾਨ ਨੂੰ ਕੇਵਲ ਆਪਣੀਆਂ ਤਕਲੀਫਾਂ ਦੇ ਕਾਰਨ ਜਾਣਨ ਦੀ ਲੋੜ ਹੈ। ਡਾਕਟਰ H.L. ਹਾਲਿੰਗਵਰਥ ਲਿਖਦੇ ਹੈ, ਚਿੰਤਾਵਾਨ ਨੂੰ ਉਹਦੀਆਂ ਤਕਲੀਫਾਂ ਦੇ ਕੇਵਲ ਕਾਰਨ ਦੱਸਣ ਦੀ ਹੀ ਲੋੜ ਹੈ। ਜੇ ਉਹਨੂੰ ਆਪਣੀਆਂ ਤਕਲੀਫਾਂ ਦੇ ਕਾਰਨਾਂ ਦਾ ਚਾਨਣ ਹੋ ਜਾਏ ਤਾਂ ਉਹਦੇ ਰਾਜ਼ੀ ਹੋਣ ਲਈ ਕਿਸੇ ਵੀ ਹੋਰ ਚੀਜ਼ ਦੀ ਲੋੜ ਨਹੀਂ ਰਹਿੰਦੀ। ਉਹਨੂੰ ਸਾਫ਼ ਤੇ ਸਪਸ਼ਟ ਸ਼ਬਦਾਂ 'ਚ ਆਪਣੀਆਂ ਸਰੀਰਕ ਤਕਲੀਫਾਂ ਦੇ ਕਾਰਨ ਦਾ ਪਤਾ ਨਹੀਂ ਲੱਗਦਾ, ਪਰ ਜਦ ਉਹਨਾਂ ਦੇ ਕਾਰਨ ਉਹ ਸਮਝ ਜਾਂਦਾ ਹੈ ਤਾਂ ਉਹਦੇ ਸਾਰੇ ਡਰ ਦੂਰ ਹੋ ਜਾਂਦੇ ਹੈ। ਚਿੰਤਾਵਾਨ ਹਰ ਵੇਲੇ ਇਹੀ ਸੋਚਦਾ ਰਹਿੰਦਾ ਹੈ ਕਿ ਜੋ ਸਰੀਰਕ ਤਕਲੀਫ ਉਹਨੂੰ ਹੈ ਉਹ ਕਿਉਂ ਹੈ। ਉਸ ਉੱਤੇ ਕਾਬੂ ਪਾਉਣ ਦਾ ਉਹ ਯਤਨ ਕਰਦਾ ਹੈ, ਪਰ ਇਸ 'ਚ ਉਹ ਕਾਮਯਾਬ ਨਹੀਂ ਹੁੰਦਾ। ਜਦ ਚਿੰਤਾਵਾਨ ਨੂੰ ਉਹਦੀਆਂ ਤਕਲੀਫਾਂ ਦੇ ਕਾਰਨਾਂ ਦਾ ਗਿਆਨ ਹੋ ਜਾਂਦਾ ਹੈ ਤਾਂ ਉਹਦੇ ਬਹੁਤ ਸਾਰੇ ਡਰ ਤੇ ਭੌ ਦੂਰ ਹੋ ਜਾਂਦੇ ਆ। ਇਹਨਾਂ ਦੇ ਕਾਰਨ ਪੈਦਾ ਹੋਏ ਸਰੀਰਕ ਚਿੰਨ੍ਹਾਂ ਤੋਂ ਵੀ ਉਹਦਾ ਛੁਟਕਾਰਾ ਹੋ ਜਾਂਦਾ ਹੈ। ਇਸ ਲਈ ਜਦੋਂ ਤੁਸੀਂ ਚਿੰਤਾਵਾਨ ਨੂੰ ਉਹਦੀਆਂ ਤਕਲੀਫਾਂ ਦੇ ਕਾਰਨਾਂ ਉੱਤੇ ਪੂਰੀ ਤਰ੍ਹਾਂ ਚਾਨਣਾ ਪਾ ਦੇਵਾਂਗੇ ਤਾਂ ਉਹਨਾਂ ਤਕਲੀਫਾਂ ਤੋਂ ਯਕੀਨਨ ਉਹਦਾ ਛੁਟਕਾਰਾ ਹੋ ਜਾਏਗਾ। ਜਦੋਂ ਚਿੰਤਾਵਾਨ ਦੇ ਡਰ ਦੂਰ ਹੋ ਜਾਣ ਤਾਂ ਫਿਰ ਉਹ ਆਪਣੇ ਆਪ ਹੀ ਰਾਜ਼ੀ ਹੋ ਜਾਂਦਾ ਹੈ।
ਫਲੋਰੈਂਸ ਸਕੋਵਲ ਸ਼ਿਨ ਆਪਣੀ ਕਿਤਾਬ ਦ ਗੇਮ ਆਫ ਲਾਈਫ ਐਂਡ ਹਾਊ ਟੂ ਪਲੇ ਇਟ ਵਿੱਚ ਡਰ ਬਾਰੇ ਇੰਝ ਲਿਖਦੇ ਹੈ, ਡਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹ ਨਜ਼ਾਰੇ ਸਾਫ਼-ਸਾਫ਼ ਲੈ ਆਉਂਦਾ ਹੈ ਜਿਨ੍ਹਾਂ ਨੂੰ ਵੇਖਣੋਂ ਤੁਸੀਂ ਡਰਦੇ ਹੋ। ਸ਼ੇਰ ਆਪਣੀ ਨਿਡਰਤਾ ਤੇ ਖੂਨ ਖਾਰੀ ਤੁਹਾਡੇ ਡਰ ਤੋਂ ਪ੍ਰਾਪਤ ਕਰਦਾ ਹੈ। ਸ਼ੇਰ ਵੱਲ ਨਿਡਰ ਹੋ ਕੇ ਜਾਓ, ਉਹ ਭੱਜ ਜਾਏਗਾ, ਪਰ ਜੇ ਤੁਸੀਂ ਉਸ ਕੋਲੋਂ ਭੱਜੋਗੇ ਤਾਂ ਤੁਹਾਡੇ ਪਿੱਛੇ ਨੱਸੇਗਾ। ਅਗਲਿਆਂ ਸਫ਼ਿਆਂ 'ਚ ਅਸੀਂ ਚਿੰਤਾਵਾਨਾਂ ਦੀਆਂ ਤਕਲੀਫਾਂ ਤੇ ਉਹਨਾਂ ਦੇ ਕਾਰਨਾਂ ਦੇ ਵਿਚਾਰ ਕਰਾਂਗੇ, ਨਾਲ ਹੀ ਉਹਨਾਂ ਤਕਲੀਫਾਂ ਦੇ ਯੋਗ ਉਪਾਅ ਵੀ ਦੱਸਾਂਗੇ। ਸਾਡਾ ਖਿਆਲ ਹੈ ਕਿ ਇਸ ਤੋਂ ਚਿੰਤਾਵਾਨਾਂ ਨੂੰ ਬਹੁਤ ਲਾਭ ਹੋਏਗਾ ਤੇ ਉਹ ਆਪਣੇ ਦੁਖਦਾਈ ਜੀਵਨ ਨੂੰ ਛੱਡ ਕੇ ਆਨੰਦਮਈ ਜੀਵਨ 'ਚ ਕਦਮ ਰੱਖਣਗੇ। ਇਹ ਗੱਲ ਅਸੀਂ ਇੱਕ ਵਾਰ ਮੁੜ ਦੁਹਰਾਉਣਾ ਚਾਹੁੰਦੇ ਹਾਂ। ਇਹ ਚਿੰਤਾ ਦਾ ਅਭਿਆਸ ਹੀ ਹੈ ਜਿਹੜਾ ਕਿ ਮਨੁੱਖ ਨੂੰ ਚਿੰਤਾਵਾਨ ਬਣਾ ਦਿੰਦਾ ਹੈ। ਜਿਵੇਂ ਵਾਹਿਗੁਰੂ ਸ਼ਬਦ ਦੇ ਨਾਮ ਦਾ ਸਿਮਰਨ ਕਰਨ ਨਾਲ ਮਨੁੱਖ ਵਾਹਿਗੁਰੂ ਨਾਲ ਜੁੜ ਜਾਂਦਾ ਹੈ, ਤਿਵੇਂ ਚਿੰਤਾ ਦੇ ਸਿਮਰਨ ਨਾਲ ਮਤਲਬ ਅਭਿਆਸ ਨਾਲ ਮਨੁੱਖ ਚਿੰਤਾ ਨਾਲ ਬੱਝ ਜਾਂਦਾ ਹੈ ਤੇ ਇੱਕ ਸਫਲ ਚਿੰਤਾਵਾਨ ਦਾ ਰੂਪ ਧਾਰਨ ਕਰ ਲੈਂਦਾ ਹੈ। As the mind meditates upon, so does it becomes and so does it acts। ਗੁਰੂ ਅਮਰਦਾਸ ਜੀ। ਇਹਦਾ ਭਾਵ ਇਹ ਹੋਇਆ ਕਿ ਜੇ ਮਨੁੱਖ ਆਪਣਾ ਧਿਆਨ ਕਿਸੇ ਢੰਗ ਨਾਲ ਚਿੰਤਾ ਦੇ ਅਭਿਆਸ ਵੱਲੋਂ ਕਿਸੇ ਹੋਰ ਦਿਸ਼ਾ ਵੱਲ ਮੋੜ ਸਕਣ ਵਿੱਚ ਸਫਲ ਹੋ ਜਾਏ ਤਾਂ ਉਹ ਚਿੰਤਾ ਤੋਂ ਛੁਟਕਾਰਾ ਪਾ ਸਕਦਾ ਹੈ। ਕਾਂਡ 5 ਦੀਆਂ ਯਾਦ ਰੱਖਣ ਵਾਲੀਆਂ ਜ਼ਰੂਰੀ ਗੱਲਾਂ। ਪਹਿਲਾ, ਚਿੰਤਾ ਦਾ ਅਭਿਆਸ ਕਰਨਾ, ਚਿੰਤਾ ਕਰਨੀ ਸਿੱਖਣਾ ਹੈ। ਦੂਸਰਾ, ਹਰ ਵੇਲੇ ਚਿੰਤਾ ਕਰਦੇ ਰਹਿਣਾ ਚਿੰਤਾ ਦੇ ਛੱਡਣ 'ਚ ਇੱਕ ਵੱਡੀ ਰੁਕਾਵਟ ਹੈ। ਤੀਸਰਾ, ਚੰਗੀਆਂ ਤਰੰਗਾਂ ਚੰਗਾ ਜੀਵਨ ਹੈ। ਚੌਥਾ, ਮਨੁੱਖ ਚੰਗੀਆਂ ਤਰੰਗਾਂ ਪੈਦਾ ਕਰਨਾ ਸਿੱਖ ਸਕਦਾ ਹੈ। ਪੰਜਵਾਂ, ਜਦੋਂ ਚਿੰਤਾਵਾਨ ਨੂੰ ਉਹਦੀਆਂ ਤਕਲੀਫਾਂ ਦੇ ਕਾਰਨ ਦਾ ਗਿਆਨ ਹੋ ਜਾਏ ਤਾਂ ਉਹਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਕਾਂਡ 6ਵਾਂ, ਚਿੰਤਾਵਾਨ ਦੀ ਗੱਲਬਾਤ ਦਾ ਸੁਧਾਰ। ਅਸੀਂ ਜੋ ਗੱਲਬਾਤ ਕਰਦੇ ਹਾਂ ਉਹਦੇ 2 ਹਿੱਸੇ ਹੁੰਦੇ ਆ, ਲੋਕਾਂ ਨਾਲ ਗੱਲਾਂ ਕਰਨਾ ਭਾਵ ਆਪ ਬੋਲਣਾ ਤੇ ਦੂਜਾ ਲੋਕਾਂ ਦੀਆਂ ਗੱਲਾਂ ਸੁਣਨਾ। ਇਹਨਾਂ ਦੋਹਾਂ ਦਾ ਚਿੰਤਾਵਾਨ ਉੱਤੇ ਬਹੁਤ ਅਸਰ ਹੁੰਦਾ ਹੈ, ਇਸ ਲਈ ਇਹਨਾਂ ਦਾ ਠੀਕ ਤੇ ਚੰਗਾ ਹੋਣਾ ਅਤ ਜ਼ਰੂਰੀ ਹੈ। ਕਈ ਆਦਮੀ ਸਦਾ ਆਪਣੇ ਦੁੱਖਾਂ ਦੇ ਰੋਣੇ ਰੋਂਦੇ ਰਹਿੰਦੇ ਆ, ਕੋਈ ਵੀ ਮਿਲੇ ਝੱਟ ਆਪਣੇ ਦੁੱਖਾਂ ਦੀ ਰਾਮ ਕਹਾਣੀ ਲੈ ਬਹਿੰਦੇ ਆ, ਉਹਨੂੰ ਖਤਮ ਕਰਨ ਦਾ ਨਾਂ ਨਹੀਂ ਲੈਂਦੇ, ਛੋਟੀ ਜਿਹੀ ਗੱਲ ਨੂੰ ਲਮਕਾਈ ਜਾਂਦੇ ਆ। ਇਹਦਾ ਨਤੀਜਾ ਇਹ ਹੁੰਦਾ ਹੈ ਕਿ ਉਹਨਾਂ ਦੇ ਮਿੱਤਰ ਤੇ ਰਿਸ਼ਤੇਦਾਰ ਉਹਨਾਂ ਪਾਸੋਂ ਕੰਨੀ ਕਤਰਾਉਂਦੇ ਆ। ਆਮ ਲੋਕਾਂ ਦਾ ਖਿਆਲ ਹੈ ਕਿ ਆਪਣੇ ਦੁੱਖ ਦੂਜਿਆਂ ਨੂੰ ਦੱਸਿਆਂ ਛਾਤੀ ਹੌਲੀ ਹੋ ਜਾਂਦੀ ਹੈ, ਪਰ ਇਹ ਗੱਲ ਠੀਕ ਨਹੀਂ। ਜਿੰਨੀਆਂ ਬਹੁਤੀਆਂ ਦੁੱਖਾਂ ਭਰੀਆਂ ਗੱਲਾਂ ਅਸੀਂ ਕਰਦੇ ਹਾਂ, ਉਨਾ ਹੀ ਜ਼ਿਆਦਾ ਚਿੰਤਾ ਕਰਨ ਦਾ ਅਭਿਆਸ ਕਰਦੇ ਹਾਂ। ਮਿਸਾਲ ਦੇ ਤੌਰ ਤੇ, ਇੱਕ ਤੀਵੀਂ ਜਿਹਦਾ ਜਵਾਨ ਪੁੱਤਰ ਮਰ ਗਿਆ ਹੈ, ਚੁੱਪਚਾਪ ਉਦਾਸ ਬੈਠੀ ਹੈ। ਜੇ ਕੋਈ ਆ ਕੇ ਉਹਦੇ ਨਾਲ ਹਮਦਰਦੀ ਕਰਦਾ ਹੈ ਤਾਂ ਉਹਦੀਆਂ ਅੱਖਾਂ ਭਰ ਆਉਂਦੀਆਂ, ਪਰ ਜਦੋਂ ਆਪ ਆਪਣੇ ਪੁੱਤਰ ਦੀਆਂ ਗੱਲਾਂ ਕਰਨ ਲੱਗ ਜਾਂਦੀ ਹੈ ਤਾਂ ਉਹਦੀਆਂ ਭੁੱਬਾਂ ਨਿਕਲ ਜਾਂਦੀਆਂ। ਇਹ ਤੋਂ ਸਿੱਧ ਹੁੰਦਾ ਹੈ ਕਿ ਬੋਲਣ ਨਾਲ ਭੈੜੀਆਂ ਤਰੰਗਾਂ ਤੇਜ਼ੀ ਨਾਲ ਪੈਦਾ ਹੋ ਜਾਂਦੀਆਂ। ਕਿਸੇ ਅੱਗੇ ਦੁੱਖ ਫੋਲਣ ਨਾਲ ਚਿੰਤਾਵਾਨ ਨੂੰ ਥੋੜੇ ਸਮੇਂ ਲਈ ਭਾਵੇਂ ਕੁਝ ਲਾਭ ਪਹੁੰਚਦਾ ਹੋਵੇ, ਪਰ ਇਹਦਾ ਦੂਰ ਰਸ ਨਤੀਜਾ ਇਸ ਲਈ ਹਾਨੀਕਾਰਕ ਹੁੰਦਾ ਹੈ। ਇਹ ਗੱਲ ਬੜੀ ਅਜੀਬ ਹੈ ਕਿ ਚਿੰਤਾਵਾਨ ਆਪਣੇ ਦੁੱਖ ਭਰੀ ਕਹਾਣੀ ਸੁਣਾ ਕੇ ਬਹੁਤ ਖੁਸ਼ ਹੁੰਦਾ ਹੈ। ਅਸੀਂ ਪਿੱਛੇ ਦੱਸ ਆਏ ਕਿ ਬੋਲਣ ਨਾਲ ਭੈੜੀਆਂ ਤਰੰਗਾਂ ਬੜੀ ਤੇਜ਼ੀ ਨਾਲ ਪੈਦਾ ਹੁੰਦੀਆਂ। ਇਸ ਲਈ ਚਿੰਤਾਵਾਨ ਨੂੰ ਚਾਹੀਦਾ ਹੈ ਕਿ ਆਪਣੇ ਦੁੱਖੜੇ ਵਾਕਫਕਾਰਾਂ ਮਿੱਤਰਾਂ ਤੇ ਸੰਬੰਧੀਆਂ ਨੂੰ ਨਾ ਸੁਣਾਇਆ ਕਰੇ। ਦੂਜੇ ਜੋ ਸਲਾਹਾਂ ਉਹ ਦਿੰਦੇ ਆ ਉਹ ਸਭ ਦੀਆਂ ਵੱਖੋ ਵੱਖ ਹੁੰਦੀਆਂ, ਇਸ ਲਈ ਚਿੰਤਾਵਾਨ ਨੂੰ ਪਤਾ ਨਹੀਂ ਲੱਗਦਾ ਕਿ ਕਿਹਦੀ ਸਲਾਹ ਤੇ ਤੁਰੇ। ਉਹਨਾਂ ਦੀਆਂ ਸਲਾਹਾਂ ਆਮ ਤੌਰ ਤੇ ਕੋਈ ਫਾਇਦਾ ਪਹੁੰਚਾਉਣ ਦੀ ਬਜਾਏ ਹਾਨੀਕਾਰਕ ਹੁੰਦੀਆਂ। ਚਿੰਤਾਵਾਨ ਜਦ ਡਾਕਟਰ ਦੇ ਕੋਲ ਜਾਏ ਤਾਂ ਉਹਨੂੰ ਬੇਸ਼ੱਕ ਆਪਣੀਆਂ ਸਾਰੀਆਂ ਤਕਲੀਫਾਂ ਫੋਲ ਸੁਣਾਏ, ਫਿਰ ਵੀ ਡਾਕਟਰ ਨੂੰ ਬਾਰ-ਬਾਰ ਉਹੀ ਗੱਲਾਂ ਦੱਸਣ ਦੀ ਲੋੜ ਨਹੀਂ ਹੁੰਦੀ। ਡਾਕਟਰ ਨੂੰ ਇੱਕ ਵਾਰੀ ਦੱਸੀ ਹੋਈ ਗੱਲ ਸਦਾ ਯਾਦ ਰਹਿੰਦੀ ਹੈ। ਇਸ ਸਿਲਸਿਲੇ 'ਚ ਮਜ਼ੇਦਾਰ ਗੱਲ ਇਹ ਹੈ ਕਿ ਕੋਈ ਮਨੁੱਖ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਉਹ ਸਦਾ ਆਪਣੇ ਦੁੱਖੜੇ ਦੂਜਿਆਂ ਨੂੰ ਸੁਣਾਉਂਦਾ ਰਹਿੰਦਾ ਹੈ। ਜੇ ਆਖੋ ਤਾਂ ਕਹੇਗਾ, ਜੀ ਮੈਂ ਤਾਂ ਸਰਸਰੀ ਤੌਰ ਤੇ ਤੁਹਾਡੇ ਨਾਲ ਗੱਲ ਕੀਤੀ ਹੈ। ਜਿਹੋ ਜਿਹਾ ਆਦਮੀ ਸੋਚਦਾ ਹੈ ਤਿਹੋ ਜਿਹਾ ਉਹ ਬਣ ਜਾਂਦਾ ਹੈ। ਠੀਕ ਇਹੀ ਹਾਲਾਤ ਚਿੰਤਾਵਾਨ ਦੀ ਹੈ। ਚਿੰਤਾਵਾਨ ਦੇ ਮਨ 'ਚ ਹਰ ਵੇਲੇ ਭੈੜੇ ਵਿਚਾਰ ਹੀ ਰਹਿੰਦੇ ਹੈ। ਜੋ ਗੱਲ ਵੀ ਉਹ ਕਰਦਾ ਦੁੱਖ ਭਰੀ ਕਰਦਾ ਹੈ। ਇਹੋ ਕਾਰਨ ਹੈ ਕਿ ਉਹਦੇ ਮਨ 'ਚ ਕਦੇ ਖੁਸ਼ੀ ਨਹੀਂ ਆਉਂਦੀ।
ਇਸ ਲਈ ਚਿੰਤਾਵਾਨ ਨੂੰ ਇਹ ਪੱਕਾ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਜਦ ਕਦੇ ਵੀ ਉਹ ਕਿਸੇ ਨਾਲ ਗੱਲਬਾਤ ਕਰੇਗਾ, ਖੁਸ਼ੀ, ਸ਼ਾਂਤੀ ਤੇ ਹਾਸਿਆਂ ਭਰੀ ਹੀ ਕਰੇਗਾ, ਆਪਣੇ ਦੁੱਖਾਂ ਦਾ ਕਿੱਸਾ ਨਹੀਂ ਛੇੜੇਗਾ। ਮਿੱਤਰਾਂ ਤੇ ਸੰਬੰਧੀਆਂ ਦੇ ਬੋਲ ਵੀ ਚਿੰਤਾਵਾਨ ਤੇ ਬੜਾ ਡੂੰਘਾ ਅਸਰ ਪਾਉਂਦੇ ਹੈ। ਉਹ ਯਾਰ ਤੈਨੂੰ ਕੀ ਹੋ ਗਿਆ, ਤੂੰ ਤਾਂ ਦਿਨੋਂ ਦਿਨ ਨਿੱਘਰਦਾ ਹੀ ਜਾਂਦਾ। ਇਹ ਕਹਿਣ ਵਾਲੇ ਬਿਮਾਰ ਆਦਮੀ ਦੇ ਮੂਰਖ ਮਿੱਤਰ ਹੁੰਦੇ ਆ। ਸਾਡੇ ਸਮਾਜ ਦਾ ਰਿਵਾਜ ਹੈ ਕਿ ਅਸੀਂ ਕਿਸੇ ਨੂੰ ਹਮਦਰਦੀ ਵਜੋਂ ਉਹਦੀਆਂ ਤਕਲੀਫਾਂ ਬਾਰੇ ਬਾਰ-ਬਾਰ ਪੁੱਛਦੇ ਹਾਂ, ਪਰ ਇਹ ਰਿਵਾਜ ਚੰਗਾ ਨਹੀਂ। ਕਈ ਲੋਕ ਇਹ ਆਖਦੇ ਹੈ ਇੰਜ ਨਾ ਕਰਨਾ ਇਨਸਾਨੀਅਤ ਦੇ ਵਿਰੁੱਧ ਹੈ ਤੇ ਇੱਕ ਕਠੋਰ ਹਿਰਦੇ ਦਾ ਸਬੂਤ ਹੈ, ਪਰ ਅਸੀਂ ਇਹ ਗੱਲ ਆਖਣ ਤੋਂ ਰੁਕ ਨਹੀਂ ਸਕਦੇ ਕਿ ਚਿੰਤਾਵਾਨ ਨਾਲ ਦਿਲੋਂ ਹਮਦਰਦੀ ਕਿਸੇ ਨੂੰ ਵੀ ਨਹੀਂ ਹੁੰਦੀ। ਬਹੁਤੇ ਆਦਮੀ ਲੋਕ ਦਿਖਾਵੇ ਵਾਸਤੇ ਹੀ ਉਸ ਪਾਸ ਆਉਂਦੇ ਹੈ। ਅਸਲੀਅਤ ਇਹ ਹੈ ਕਿ ਉਸ ਕੋਲ ਕੋਈ ਬੈਠਣਾ ਵੀ ਪਸੰਦ ਨਹੀਂ ਕਰਦਾ। ਇਸ ਲਈ ਚਿੰਤਾਵਾਨ ਨੂੰ ਇਹ ਦੋ ਗੱਲਾਂ ਸਦਾ ਯਾਦ ਰੱਖਣੀਆਂ ਚਾਹੀਦੀਆਂ। ਪਹਿਲਾ, ਜੇ ਕੋਈ ਉਹਨੂੰ ਪੁੱਛੇ ਤੁਹਾਡਾ ਕੀ ਹਾਲ ਹੈ ਤਾਂ ਜਵਾਬ ਦੇਵੇ ਬਹੁਤ ਚੰਗਾ, ਭਾਵੇਂ ਉਹ ਕਿੰਨਾ ਹੀ ਦੁਖੀ ਕਿਉਂ ਨਾ ਹੋਵੇ। ਦੂਸਰਾ, ਸਭ ਮਿੱਤਰਾਂ ਤੇ ਸੰਬੰਧੀਆਂ ਨੂੰ ਸਪਸ਼ਟ ਆਖ ਦੇਵੇ ਕਿ ਉਹ ਉਹਦੀਆਂ ਤਕਲੀਫਾਂ ਦਾ ਉਸ ਅੱਗੇ ਭੋਗ ਨਾ ਪਾਇਆ ਕਰਨ ਤੇ ਨਾ ਹੀ ਹਮਦਰਦੀ ਵਜੋਂ ਉਹਨਾਂ ਬਾਰੇ ਉਹਨੂੰ ਪੁੱਛਿਆ ਕਰਨ। ਫਰਜ਼ ਕਰੋ ਇੱਕ ਆਦਮੀ ਨੂੰ ਕਿਸੇ ਮਾਮੂਲੀ ਜਿਹੇ ਫਿਕਰ ਨਾਲ ਰਾਤ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ। ਸਵੇਰੇ ਉਹ ਅੱਗੇ ਵਾਂਗੂ ਹੀ ਉੱਠਦਾ ਹੈ, ਇਸ਼ਨਾਨ ਕਰਕੇ ਲੱਸੀ ਪਾਣੀ ਪੀਣ ਕਰਕੇ ਚੌਂਕੇ 'ਚ ਜਾ ਬਹਿੰਦਾ ਹੈ। ਫਿਰ ਉਹਦੀ ਵਹੁਟੀ ਇੰਜ ਗੱਲਬਾਤ ਆਰੰਭ ਕਰਦੀ ਹੈ। ਮੈਂ ਕਿਹਾ ਜੀ ਅੱਜ ਸਾਰੀ ਰਾਤ ਤੁਸੀਂ ਸੁੱਤੇ ਨਹੀਂ, ਉਸਲਵੱਟੇ ਹੀ ਲੈਂਦੇ ਰਹੇ ਹੋ। ਇੰਜ ਜਾਪਦਾ ਜਿਵੇਂ ਥੱਕ ਕੇ ਚੂਰ ਹੋਏ ਪਏ ਹੋ। ਰੰਗ ਵੀ ਅੱਜ ਪੀਲਾ ਪੀਲਾ ਤੇ ਅੱਖਾਂ ਭਾਰੀਆਂ ਭਾਰੀਆਂ ਜਾਪਦੀਆਂ ਨੇ। ਤੁਸੀਂ ਕੰਮ ਬਹੁਤ ਕਰਦੇ ਹੋ ਤੇ ਥੱਕ ਜਾਂਦੇ ਹੋ। ਛੱਡੋ ਖਹਿੜਾ ਕੰਮ ਦਾ, ਜਾਨ ਨਾਲ ਹੀ ਜਹਾਨ ਹੈ। ਕੰਮ ਤਾਂ ਕਦੇ ਮੁੱਕਣੇ ਨਹੀਂ। ਬਜਾਜ ਦੇ ਪੈਸੇ ਦੇਣੇ ਹੈ, ਦਿੱਤੇ ਜਾਣਗੇ। ਅਸੀਂ ਕੋਈ ਮਾਰ ਤੇ ਨਹੀਂ ਲੈਣੇ। 3 ਮਹੀਨੇ ਤੋਂ ਮੋਹਨ ਵੀ ਬਿਮਾਰ ਪਿਆ, ਉਹਦੀਆਂ ਦਵਾਈਆਂ ਦਾਰੂਆਂ ਤੇ ਖਰਚ ਦਾ ਹੀ ਪਤਾ ਨਹੀਂ ਲੱਗਦਾ। ਤੇ ਦੂਜੇ ਤੁਸੀਂ ਆਪ ਇੰਨੇ ਕਮਜ਼ੋਰ ਹੁੰਦੇ ਜਾਂਦੇ ਹੋ, ਆਪਣੀ ਜਾਨ ਨੂੰ ਐਵੇਂ ਗਮ ਪੈ ਲਾਉਂਦੇ ਹੋ। ਜੇ ਹੱਥ ਤੰਗ ਹੈ ਤਾਂ ਕੀ ਹੋਇਆ, ਤੁਸੀਂ ਜਾਨ ਨੂੰ ਫਿਕਰ ਕਿਉਂ ਲਾ ਲਿਆ? ਤੁਹਾਨੂੰ ਪਤਾ ਕਿਵੇਂ ਮੇਰੇ ਭਰਾ ਨੇ ਗਮ ਲਾ ਲਿਆ ਸੀ, ਫਿਰ ਉਹਦਾ ਕੀ ਹਾਲ ਹੋਇਆ। ਰੱਬ ਨਾ ਕਰੇ ਜੇ ਕਿਤੇ ਤੁਹਾਨੂੰ ਕੁਝ ਹੋ ਜਾਏ ਤੇ ਮੇਰਾ ਕੌਣ ਹੈ? ਇਹ ਸਾਰੀ ਵਾਰਤਾ 'ਚ ਇੱਕ ਹਮਦਰਦ ਵਹੁਟੀ ਦੀਆਂ ਆਪਣੇ ਪਿਤਾ ਲਈ ਸ਼ੁਭ ਕਾਮਨਾਵਾਂ ਭਰੀਆਂ ਹੋਈਆਂ ਜਾਪਦੀਆਂ, ਪਰ ਉਸ ਵਿਚਾਰੀ ਨੂੰ ਇਹ ਪਤਾ ਨਹੀਂ ਕਿ ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਪਤੀ ਨੂੰ ਬਹੁਤਾ ਰੋਗੀ ਬਣਾ ਰਹੀ ਹੈ। ਚੰਗੇ ਇਰਾਦੇ ਨਾਲ ਆਖੀਆਂ ਗੱਲਾਂ ਵੀ ਇਸ ਹਾਲਤ 'ਚ ਹਾਨੀਕਾਰਕ ਹੋ ਜਾਂਦੀਆਂ। ਇਸ ਤੀਵੀਂ ਨੇ ਅਣਭੋਲ ਹੀ ਆਪਣੇ ਪਤੀ ਦੀ ਰਾਈ ਜਿੰਨੀ ਤਕਲੀਫ ਦਾ ਪਹਾੜ ਬਣਾ ਕੇ ਉਸ ਅੱਗੇ ਰੱਖ ਦਿੱਤਾ। ਉਸ ਲਈ ਠੀਕ ਰਾਹ ਇਹ ਸੀ ਕਿ ਉਹ ਆਪਣੇ ਪਤੀ ਦਾ ਸਵਾਗਤ ਇਹਨਾਂ ਸ਼ਬਦਾਂ ਨਾਲ ਕਰਦੀ। ਜੀ ਅੱਜ ਤੁਸੀਂ ਬੜੇ ਖੁਸ਼ ਜਾਪਦੇ ਹੋ, ਮੂੰਹ ਤੇ ਵੀ ਲਾਲੀ ਚੜੀ ਹੈ। ਮੈਂ ਵੀ ਤੁਹਾਡੇ ਲਈ ਅੱਜ ਇੱਕ ਨਵੀਂ ਚੀਜ਼ ਬਣਾਈ ਹੈ। ਖਾਓਗੇ ਤਾਂ ਯਾਦ ਰੱਖੋਗੇ ਤੇ ਕੰਮ ਕਰਦੇ ਵੀ ਕਦੇ ਨਾ ਥੱਕੋਗੇ। ਅੱਜ ਖਾਓਗੇ, ਕੱਲ ਵਾਸਤੇ ਆਰਡਰ ਕਰ ਜਾਓਗੇ। ਲਓ ਵੇਖੋ ਖਾ ਕੇ। ਚਿੰਤਾਵਾਨ ਨੂੰ ਚਾਹੀਦਾ ਹੈ ਆਪਣੇ ਪਰਿਵਾਰ ਨੂੰ ਆਪਣੇ ਬਾਰੇ ਚੰਗੀ ਤਰ੍ਹਾਂ ਇਹ ਗੱਲ ਸਮਝਾ ਦੇਵੇ ਕਿ ਕੋਈ ਵੀ ਉਸ ਨਾਲ ਦੁਖਦਾਈ ਗੱਲ ਅਗਲੀ ਜਾਂ ਪਿਛਲੀ ਨਾ ਕਰੇ। ਡਰ, ਗਮ, ਫਿਕਰ, ਵੈਰ, ਵਿਰੋਧ, ਨਫ਼ਰਤ, ਈਰਖਾ, ਬਿਮਾਰੀ ਆਦਿ ਗੱਲਾਂ ਦਾ ਚਿੰਤਾਵਾਨ ਨਾਲ ਕਦੇ ਭੋਗ ਨਹੀਂ ਪਾਉਣਾ ਚਾਹੀਦਾ। ਧੰਨਵਾਦ। ਕਾਂਡ 6 ਦੀਆਂ ਯਾਦ ਰੱਖਣ ਵਾਲੀਆਂ ਜ਼ਰੂਰੀ ਗੱਲਾਂ। ਪਹਿਲਾ, ਸਦਾ ਆਪਣੇ ਦੁਖੜੇ ਨਾ ਫੋਲਦੇ ਰਹੋ। ਦੂਜਿਆਂ ਨੂੰ ਆਪਣੇ ਦੁੱਖ ਸੁਣਾਉਂਦੇ ਰਹਿਣਾ ਚਿੰਤਾ ਕਰਨ ਦਾ ਅਭਿਆਸ ਹੈ। ਦੂਸਰਾ, ਚਿੰਤਾ ਦਾ ਅਭਿਆਸ ਤੋੜਨ ਲਈ ਸੁੱਖ, ਸ਼ਾਂਤੀ ਤੇ ਖੁਸ਼ੀ ਭਰੀਆਂ ਗੱਲਾਂ ਕਰੋ। ਤੀਸਰਾ, ਜੇ ਕੋਈ ਪੁੱਛੇ ਤੁਹਾਡਾ ਹਾਲ ਕੀ ਹੈ, ਜਵਾਬ ਦਿਓ ਜੀ ਚੰਗਾ ਹੈ, ਬਹੁਤ ਚੰਗਾ ਹੈ। ਚੌਥਾ, ਚਿੰਤਾਵਾਨ ਨੂੰ ਇਹ ਕਦੇ ਨਾ ਆਖੋ ਉਹ ਯਾਰ ਤੂੰ ਤਾਂ ਦਿਨੋਂ ਦਿਨ ਨਿੱਘਰਦਾ ਹੀ ਜਾਣਾ ਹੈ। ਪੰਜਵਾਂ, ਚਿੰਤਾਵਾਨ ਨਾਲ ਦੁਖਦਾਈ ਤੇ ਗਮ ਭਰੀਆਂ ਗੱਲਾਂ ਕਦੇ ਨਾ ਕਰੋ। ਧੰਨਵਾਦ।